ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਸੀਟ ਸ਼ੇਅਰਿੰਗ ਤੋਂ ਬਾਅਦ ਚੋਣ ਲੜਨਗੀਆਂ, ਕਿਉਂਕਿ ਰਾਜਾ ਵੜਿੰਗ ਪ੍ਰਤਾਪ ਬਾਜਵਾ ਕਲੀਅਰ ਕਹਿ ਰਹੇ ਨੇ, ਇਧਰੋਂ ਆਮ ਆਦਮੀ ਪਾਰਟੀ ਕਲੀਅਰ ਕਹਿ ਰਹੀ ਹੈ ਕਿ ਅਸੀਂ ਗੁਜਰਾਤ, ਗੋਆ, ਦਿੱਲੀ, ਪੰਜਾਬ ਇੱਥੇ ਸੀਟ ਸ਼ੇਅਰਿੰਗ ਨਹੀਂ ਕਰਨੀ। देखो गौरव जी, गल इस तरह हैगी है कि ये कोई अज दे भाईवाल तो है नहीं गे, दिल्ली तो शुरू होए ने, उस तो बाद जिस तरह मर्जी चलते रहे, लेकिन अंदर खाते दे भाईवाल है ही है। पिछली सरकार के टाइम जो कांग्रेस की सरकार सी, जिस तरीके नाल 10 तो वध MLA कांग्रेस चले गए, टूरिज्म करके वापस आ गए और इन्होंने एक्सैप्ट कर ले, उन्होंने पार्टी चो ना कढ़िया, ना डिसमिस किया, कुछ नहीं किया, कोई एक्शन नहीं उन्होंने खिलाफ। तो उस तो समय लगती है भी आपस भाईवाल है ही ने। और ਜਿਹੜੀ ਜਿੱਥੇ ਤੱਕ ਸੀਟ ਸ਼ੇਅਰਿੰਗ ਦੀ ਸਵਾਲ ਹੈ, ਉੱਥੇ ਪ੍ਰਤਾਪ ਬਾਜਵਾ ਨੂੰ ਕਿਹਨੇ ਪੁੱਛਣਾ ਹੈ ਜਾਂ ਰਾਜਾ ਵੜਿੰਗ ਨੂੰ ਕਿਹਨੇ ਪੁੱਛਣਾ ਹੈ? ਜੇ ਇਹ ਡਿਸੀਜਨ ਲੈਣ ਵਾਸਤੇ ਉੱਪਰਲੀ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਹਨਾਂ ਨੇ ਪੁੱਛਿਆ ਨਹੀਂ ਇਹਨਾਂ ਨੂੰ, ਇਹ ਤੇ ਬੜਾ ਉੱਥੇ ਤੱਤੇ ਹੋ ਕੇ ਗਏ ਸੀਗੇ ਤੇ ਵਾਪਸ ਆਏ ਸੀਗੇ ਵੀ ਲੋ ਜੀ ਅਸੀਂ ਉੱਥੇ ਜਾ ਆਏ ਆ, ਹੁਣ ਕੁਝ ਨਹੀਂ ਹੋ ਸਕਦਾ। ਲੇਕਿਨ ਅਗਲੇ ਨੇ ਡਿਸੀਜਨ ਲੈ ਕੇ ਪਾਸੇ ਮਾਰਿਆ। ਤਾਂ ਜਿੱਦਣ ਕੋਈ ਸੀਟ ਸ਼ੇਅਰਿੰਗ ਦੀ ਗੱਲ ਆਊਗੀ, ਨਾ ਕੇਜਰੀਵਾਲ ਨੇ ਇੱਥੇ ਬਾਬ ਗਰੇਵਾਲ ਉਹਨਾਂ ਨੂੰ ਪੁੱਛਣਾ ਹੈ ਤੇ ਨਾ ਜਿਹੜੇ ਹੈਗੇ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਨੇ ਉਹਨਾਂ ਨੂੰ ਕਿਸੇ ਨੇ ਪੁੱਛਣਾ। ਉੱਤੋਂ ਜੋ ਸੀਟ ਸ਼ੇਅਰਿੰਗ ਹੋ ਕੇ ਆ ਗਈ, ਆਪੇ ਚੁੱਪ ਕਰਕੇ ਨੇ ਢੋਲ ਵਜਾਉਣਾ ਸ਼ੁਰੂ ਕਰ ਦੇਣਾ। ਇਹ ਤੇ ਤੁਹਾਨੂੰ ਲੱਗਦਾ ਕਿ ਸੀਟ ਸ਼ੇਅਰਿੰਗ ਤਾਂ ਹੋਏਗੀ? ਦੇਖੋ ਗੱਲ ਇਹ ਹੈ ਕਿ ਜਦੋਂ ਇੱਕੋ ਥਾਲੀ 'ਚ ਖਾਣ ਲੱਗ ਗਏ, ਚੱਟੇ ਵੱਟੇ ਸਭ ਇੱਕ ਥਾਲੀ 'ਚ ਇਕੱਠੇ ਹੋ ਗਏ ਤੇ ਫਿਰ ਸੀਟ ਸ਼ੇਅਰਿੰਗ ਤੇ ਕਰਨਗੇ। ਇਹ ਸਮਝੌਤਾ ਹੋਰ ਕਾਹਦਾ ਵੀ ਸਾਰੇ ਰਲ ਜਾਓ, ਸੀਟਾਂ ਵੰਡ ਲਓ ਤੇ ਵੰਡ ਕੇ ਜਿਹੜਾ ਹੈਗਾ ਇਕੱਠੇ ਹੋ ਜਾਓ। ਤੁਸੀਂ ਵੀ ਇਕੱਲੇ ਇਕੱਲੇ ਤੇ ਕੁਝ ਕਰ ਨਹੀਂ ਸਕਦੇ। ਸ਼ਾਇਦ ਹੋਰ ਕੁਝ ਨਹੀਂ ਤਾਂ 3-3 4-4 ਮਹੀਨੇ ਪ੍ਰਧਾਨ ਮੰਤਰੀ ਬੰਦਾ ਸੁਪਨਾ ਸਾਕਾਰ ਹੋ ਜਾਵੇ ਸਾਰਿਆਂ ਦਾ। ਇਹੀ ਹੈ ਕਿਉਂਕਿ ਸਾਰੇ ਪ੍ਰਧਾਨ ਮੰਤਰੀ ਦੇ ਚਾਹਵਾਨ ਨੇ ਉੱਥੇ। ਜਵਾਬ ਲੈ ਲਈਏ ਸਰ, ਮੈਂ ਤੁਹਾਡੇ ਕੋਲ ਵਾਪਸ ਹੀ ਆਉਣਾ। ਗਰੇਵਾਲ ਜੀ। ਗੌਰਵ ਜੀ, ਸਾਡਾ ਤਾਂ ਹੋ ਗਿਆ, ਇਹਨਾਂ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਇਹਨਾਂ ਨੂੰ ਤਾਂ ਬੀਜੇਪੀ ਨੇ ਵੀ ਨਹੀਂ ਬੁਲਾਇਆ। ਇਹ ਵਿਚਾਰੇ ਕੀ ਕਰਦੇ? ਡੈਪੂਟੇਸ਼ਨ ਤੇ ਜਿਹੜੇ ਆਏ ਸੀ ਫਸ ਗਏ, ਜਿਹੜੇ ਡੈਪੂਟੇਸ਼ਨਾਂ ਤੇ ਆਏ ਹੋਏ ਸੀ ਉਹ ਫਸ ਗਏ। ਸਾਨੂੰ ਛੱਡੋ ਜੀ, ਅਸੀਂ ਕਹਿਤਾ ਜਿਹੜੀ ਸੀਟ ਸ਼ੇਅਰਿੰਗ ਕਰਨੀ ਹੈ ਸਟੇਟਾਂ, ਜਿਹੜੀਆਂ ਸਟੇਟਾਂ 'ਚ ਅਸੀਂ ਸਟੈਬਲਿਸ਼ਡ ਹੈ ਤੋਂ ਬਾਹਰ ਕਰਾਂਗੇ, ਪਹਿਲੀ ਗੱਲ। ਦੂਜੀ ਗੱਲ, ਇਹ ਗੱਠਜੋੜ ਜਿਸ ਤਰ੍ਹਾਂ ਦੀ ਧਰਮ ਦੀ ਰਾਜਨੀਤੀ, ਲੋਕਾਂ ਨੂੰ ਲੜਾਉਣ ਦੀ ਰਾਜਨੀਤੀ, ਗੌਰਵ ਜੀ ਅੱਜ ਤੁਸੀਂ ਮੈਨੂੰ ਦੱਸੋ, ਆਪਾਂ ਸੜਕ ਤੇ ਜਾਂਦੇ ਹਾਂ, ਕੀ ਆਪਾਂ ਨੂੰ ਐ ਨਹੀਂ ਲੱਗਦਾ ਕਿ ਹਰ ਬੰਦਾ ਹਰ ਦੇ ਪ੍ਰਤੀ ਸਸਪੀਸ਼ੀਅਸ ਹੋ ਗਿਆ? ਹਰ ਬੰਦੇ ਨੂੰ ਅਸਰਟ ਕਰਨ ਦੀ ਕੋਸ਼ਿਸ਼ ਪੈ ਰਹੀ ਹੈ। ਹਰ ਬੰਦੇ ਨੂੰ ਇਹ ਲੱਗਦਾ ਕਿ ਨਹੀਂ, ਜਵਾਬ ਲੈ ਲੈਣੇ ਦੀ ਗੱਲ ਦਾ। ਅੱਜ ਕੋਈ ਸੜਕ ਤੇ ਜਾ ਰਿਹਾ, ਹਰ ਪਰਿਵਾਰ ਸੋਚਦਾ। ਤੁਸੀਂ ਇਹਨਾਂ ਦੀ ਗੱਲ ਸੁਣੋ, ਇਹ ਜੋ ਬੋਲ ਰਹੇ ਨੇ, ਜਿਨ੍ਹਾਂ ਨੇ ਪੰਥ ਖਤਰੇ ਚੋਂ ਨਹੀਂ ਨਿਕਲਣ ਦਿੱਤਾ, ਉਹਨਾਂ ਦੇ ਭਾਈਵਾਲਾਂ ਨੇ ਹਿੰਦੂ ਖਤਰੇ 'ਚ ਪਾਤੇ 9 ਸਾਲਾਂ ਬਾਅਦ। ਐਂਡ ਹੁਣ ਇਹਨਾਂ ਦੋਵਾਂ ਨੇ ਇਕੱਠੇ ਆ ਸੀਟ ਸ਼ੇਅਰਿੰਗ ਦੀ। ਤੁਸੀਂ ਚਿੰਤਾ ਕਰੋ, ਅਸੀਂ ਕਿਸੇ ਨਾਲ ਨਹੀਂ ਕਰਨੀ। ਤੁਸੀਂ ਦੱਸੋ ਕਿੰਨੀਆਂ ਬੁੱਲਰ ਜੀ 6 ਲੈਣੀਆਂ ਨੇ। ਠੀਕ ਹੈ, ਜਵਾਬ ਗੱਲ ਇਸ ਤਰ੍ਹਾਂ ਹੈ ਗੌਰਵ ਜੀ, ਬਿਲਕੁਲ ਬਾਬ ਗਰੇਵਾਲ ਦੀ ਗੱਲ ਠੀਕ ਹੈ। ਅੱਜ ਪੰਜਾਬ ਦੀਆਂ ਸੜਕਾਂ ਤੇ ਤੁਰਦੇ ਹੋਏ ਡਰ ਲੱਗਦਾ ਹੈ ਕਿ ਕੌਣ ਚੇਨੀ ਖਿੱਚ ਕੇ ਲੈ ਜਾਏਗਾ, ਕੌਣ ਪਰਸ ਖੋ ਕੇ ਲੈ ਜਾਏਗਾ, ਕੌਣ ਗੱਡੀ ਖੋ ਕੇ ਲੈ ਜਾਏਗਾ, ਕੌਣ ਗੋਲੀ ਮਾਰ ਦੇਗਾ। ਉਹ ਇੱਕ ਮਿੰਟ ਬਾਬ ਗਰੇਵਾਲ, ਤੁਹਾਡੇ ਮੈਂ ਗੱਲ 'ਚ ਬੋਲਿਆ ਨਹੀਂ, ਤੁਹਾਡੀ ਗੱਲ 'ਚ ਬੋਲਿਆ ਨਹੀਂ। ਫਰਸਟ੍ਰੇਟਡ ਨਾ ਹੋ ਤੁਸੀਂ, ਇੰਨੇ ਕਾਲੇ ਨਾ ਪਾਓ ਤੁਸੀਂ, ਮਿਰਚਾਂ ਨਾ ਲਾਓ ਆਪਣੇ ਆਪ ਨੂੰ। ਜੀ ਲੋਕਾਂ ਤੱਕ ਗੱਲ ਪਹੁੰਚੇ, ਕੋਈ ਗੱਲ ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਨਾ ਹੋਵੇ ਆਪਣਾ। ਬਿਲਕੁਲ ਜਿਹੜੇ ਤੁਸੀਂ ਆਪਣੀ ਕੰਪਲੀਟ ਕਰ ਲਓ। ਪੰਜਾਬ ਦੀਆਂ ਸੜਕਾਂ ਤੇ ਤੁਰਦਿਆਂ ਹੋਇਆ ਧੀਆਂ ਭੈਣਾਂ ਨੂੰ ਡਰ ਲੱਗਦਾ ਹੈ। ਅੱਜ ਪੰਜਾਬ 'ਚ ਤੁਰਦਿਆਂ ਹੋਇਆ ਇਹ ਡਰ ਲੱਗਦਾ ਵੀ ਗੱਡੀ ਕੋਈ ਖੋ ਕੇ ਨਾ ਲੈ ਜਾਵੇ। ਅੱਜ ਪੰਜਾਬ 'ਚ ਚੱਲਦਿਆਂ ਹੋਇਆ ਇਹ ਡਰ ਲੱਗਦਾ ਕੋਈ ਚੇਨੀ ਖੋ ਕੇ ਲੈ ਜਾਊਗਾ, ਕੋਈ ਪਰਸ ਖੋ ਕੇ ਲੈ ਜਾਊਗਾ, ਕੋਈ ਗੋਲੀ ਮਾਰ ਕੇ ਚਲਾ ਜਾਊਗਾ, ਕੋਈ ਕਿਸੇ ਧੌਣ ਵੱਢ ਕੇ ਚਲਾ ਜਾਊਗਾ। ਵਾਕਈ ਪੰਜਾਬ 'ਚ ਡਰ ਲੱਗਦਾ ਹੈ, ਹਰ ਕਿਸੇ ਨੂੰ ਡਰ ਲੱਗਦਾ ਹੈ ਬਾਬ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਔਰ ਜਿਹੜਾ ਤੁਸੀਂ ਕਹਿ ਰਹੇ ਹੋ 4 ਘੰਟੇ ਤੁਹਾਨੂੰ ਲੱਗੇ, ਉਹਨਾਂ ਦੀ ਹਾਲਤ ਦੇਖੋ। ਜੋ ਤੁਹਾਡੇ ਮੁੱਖ ਮੰਤਰੀ ਸਾਹਿਬ ਪਜਾਮਾ ਗਿੱਟਿਆਂ ਤੋਂ ਉੱਚਾ ਕਰਕੇ ਤੇ ਉੱਥੇ ਪੁਲ ਦੇ ਉੱਤੇ ਖੜੇ ਫੋਟੋਆਂ ਖਿਚਾ ਰਹੇ ਸੀ, ਔਰ ਜੋ ਹਾਲਾਤ ਹੋਈ, ਔਰ ਐਂਬੂਲੈਂਸ ਵਿੱਚ ਇੱਕ ਜਿਹੜਾ ਬੰਦਾ ਮਾਰਿਆ ਗਿਆ, ਔਰ 6-6 ਘੰਟੇ ਤੁਸੀਂ ਉੱਥੇ ਖੜੇ ਰੱਖੇ ਜਾਮ ਦੇ ਵਿੱਚ। ਉਹਨਾਂ ਦਾ ਵੀ ਹਾਲ ਸੋਚੋ ਥੋੜਾ ਜਿਹਾ ਤੁਸੀਂ। ਤੁਹਾਨੂੰ ਬੜਾ ਲੱਗਿਆ ਵੀ 4 ਘੰਟੇ ਤੁਹਾਨੂੰ ਲੱਗ ਗਏ 4 ਕਿਲੋਮੀਟਰ ਦੇ ਉੱਤੇ। ਠੀਕ ਹੈ, ਮੈਂ ਸੋਢੀ ਸਾਹਿਬ ਲੋਕਾਂ ਨੂੰ ਰੋਕੀ ਰੱਖਿਆ 3-3 4-4 ਕਿਲੋਮੀਟਰ। ਠੀਕ ਹੈ, ਤੁਹਾਡੀ ਗੱਲ ਆ ਗਈ ਸਰ, ਤੁਹਾਡੀ ਗੱਲ ਆ ਗਈ। ਹੋਪਫੁਲੀ ਤੁਸੀਂ ਜਵਾਬ ਦੇ ਦਿੱਤਾ। ਇੱਕ ਛੋਟਾ ਜਿਹਾ ਜਵਾਬ ਲੈ ਲਓ, ਮੈਂ ਸੋਢੀ ਸਾਹਿਬ ਦਾ ਰੁਖ ਕਰਦਾ ਫਿਰ। ਗਰੇਵਾਲ ਜੀ ਬਹੁਤ ਛੋਟਾ ਜਵਾਬ ਰੱਖਿਓ ਸਰ ਪਲੀਜ਼। ਅਕਾਲੀਆਂ ਨੂੰ ਅੱਜ ਡਰ ਲੱਗਦਾ, ਇਹਨਾਂ ਦੇ ਬਣਾਏ ਗੁੰਡੇ ਅੱਜ ਹੀਰੋ ਬਣ ਰਹੇ ਸੀ, ਅਸੀਂ ਬੰਦ ਕਰਨੇ ਸ਼ੁਰੂ ਕਰਤੇ ਜੀ। ਕੋਈ ਗੱਲ ਨਹੀਂ, ਥੋੜੀ ਜਿਹੀ ਪਾਲ ਰਹੇ ਹੋ ਜਿਹਨੂੰ ਜੇਲ੍ਹਾਂ ਦੇ ਵਿੱਚੋਂ ਦੀ ਵੀਡੀਓ ਦਿਖਾਉਂਦੇ ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ? ਪਾਲੇ ਹੋਏ ਨੇ ਸਭ, ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ? ਤੁਸੀਂ ਪੰਜਾਬ 'ਚ ਲੈ ਕੇ ਆਉਂਦੇ ਹੋ, ਡਰ ਲੱਗਦਾ ਤੁਹਾਡੇ ਕੇਜਰੀਵਾਲ ਨੇ ਜਵਾਈ ਬਣਾ ਕੇ ਰੱਖਿਆ ਸੀ। ਲੋਕਾਂ ਤੱਕ ਗੱਲ ਪਹੁੰਚੇ ਪਲੀਜ਼। ਜਵਾਈ ਬਣਾ ਕੇ ਰੱਖਿਆ, ਪੰਜਾਬ 'ਚ ਰੱਖਿਆ ਹੋਇਆ ਪੰਜਾਬ ਜਵਾਈ ਬਣਾ ਕੇ ਰੱਖੇ ਹੋਏ ਆ। ਪੁੱਲਰ ਜੀ ਸੁਣ ਲਓ ਇੱਕ ਵਾਰੀ ਕੀ ਕਹਿ ਰਹੇ ਨੇ, ਤੁਸੀਂ ਆਪਣੀ ਗੱਲ ਰੱਖੀ ਹੈ, ਸੁਣ ਲਓ ਇੱਕ ਵਾਰੀ ਗਰੇਵਾਲ ਸਾਹਿਬ ਕੀ ਕਹਿ ਰਹੇ ਨੇ। ਪੁੱਲਰ ਜੀ ਸੁਣ ਲਓ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਮੈਨੂੰ ਡਰ ਕੀ ਲੱਗਦਾ। मैं इतने मुसलमान ने बेचारे मुंडे सानू कहते जी यहाँ से जाना है, ये चल रहा है, यहाँ पे अब झगड़े हो रहे हैं। कोई मैनू बेचारे मुंडे
ਆਪਣੇ ਸਰਦਾਰ ਮੁੰਡੇ ਉਹ ਬਾਹਰ ਗਏ, ਉਹ ਕਹਿੰਦੇ ਜੀ ਐਂ ਡਰ ਲੱਗਦਾ ਸਾਨੂੰ ਫਲਾਣਾ ਬੋਲਣ ਲੱਗ ਗਏ। ਮੈਂ ਦੇਸ਼ ਦੀ ਗੱਲ ਕਰ ਰਿਹਾ ਭਾਈ ਸਾਹਿਬ, ਜਿਹੜਾ ਤੁਸੀਂ ਦੇਸ਼ 'ਚ ਧਰਮਾਂ 'ਚ ਵੰਡੀਆਂ ਪਾ ਰਹੇ ਹੋ ਨਾ, ਤੁਸੀਂ ਪੰਜਾਬ ਸਾਂਭ ਲਓ, ਦੇਸ਼ ਬਾਅਦ 'ਚ ਦੇਖਿਓ। ਗਰੇਵਾਲ ਸਾਹਿਬ ਪੰਜਾਬ ਸਾਂਭ ਲਓ ਪਹਿਲਾਂ। ਪੰਜਾਬ ਰੁਲ ਰਿਹਾ, ਪੰਜਾਬ ਡੁੱਬ ਰਿਹਾ, ਪੰਜਾਬ 'ਚ ਹਾਹਾਕਾਰ ਮਚਿਆ ਹੋਇਆ ਹੈ, ਪੰਜਾਬ 'ਚ ਕਤਲੇਆਮ ਹੁੰਦਾ ਰੋਜ਼, ਪੰਜਾਬ ਦੇ ਜੇਲ੍ਹਾਂ ਦੇ ਵਿੱਚੋਂ ਦੀ ਕਤਲ ਕੀਤੇ ਜਾਂਦੇ ਨੇ, ਪੰਜਾਬ ਦੀਆਂ ਜੇਲ੍ਹਾਂ 'ਚ ਵੀਡੀਓ ਬਣਾ ਕੇ ਪਾਈਆਂ ਜਾਂਦੀਆਂ ਨੇ। ਸਾਡਾ ਥੋੜਾ ਜਿਹਾ ਵੇਟ ਕਰਿਓ, ਪੁੱਲਰ ਜੀ ਤੁਹਾਡੀ ਗੱਲ ਆ ਗਈ ਹੈ ਸਰ, ਤੁਰਿਆ ਫਿਰਦਾ ਕੇਜਰੀਵਾਲ ਦੀ ਚਾਕਰੀ ਕਰਦਾ ਹੋਇਆ। ਛੋਟੀ ਜੀ ਬਹੁਤ ਦੇਰ ਦੇ ਵੇਟ ਪੰਜਾਬ ਦਾ ਫਿਕਰ ਕਰ ਲਓ, ਦੇਸ਼ ਦਾ ਬਾਅਦ ਕਰ ਲਿਓ। ਠੀਕ ਹੈ, ਥੋੜਾ ਵੇਟ ਕਰਿਓ। ਦਿਆਲ ਸਿੰਘ ਸੋਢੀ ਕਹਿੰਦੇ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਨਾ ਦੇਸ਼ ਦੇ ਵਿੱਚ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਜਦੋਂ ਬਾਹਰ ਕੋਈ ਸੜਕ ਦੇ ਉੱਤੇ ਨਿਕਲਦਾ ਤਾਂ ਇੱਕ ਦੂਜੇ ਨੂੰ ਬਹੁਤ ਸ਼ੱਕ ਦੀ ਨਜ਼ਰ ਦੇ ਨਾਲ ਦੇਖਣ ਲੱਗ ਗਏ ਲੋਕ। ਇਹ ਬੀਜੇਪੀ ਨੇ ਕਰਵਾ ਦਿੱਤਾ, ਬਸ ਇਸ ਦੇ ਖਿਲਾਫ ਹੀ ਗਠਜੋੜ ਬਣਾ ਰਹੇ ਆ। ਗੌਰਵ ਜੀ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ। ਮੈਂ ਗਰੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਗਰੇਵਾਲ ਸਾਹਿਬ ਬੜੀ ਲੰਮੀਆਂ ਗੱਲਾਂ ਲੈ ਜਾਂਦੇ ਨੇ ਕਿ ਕਦੇ ਕਿਸੇ ਧਰਮ ਦੀ ਗੱਲ ਕਰਦੇ ਆ, ਕਦੇ ਕਿਸੇ ਧਰਮ ਦੀ ਗੱਲ ਕਰਦੇ ਆ। ਅੱਜ ਤੁਹਾਡੇ ਰਾਜ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ ਤੁਹਾਡੇ ਰਾਜ ਦੇ ਵਿੱਚ। ਪਰਸੋਂ ਦੀ ਕਿੱਡੀ ਵੱਡੀ ਘਟਨਾ ਹੋ ਕੇ ਹਟੀ ਹੈ। ਦੂਜੀ ਗੱਲ, ਜਦੋਂ ਤਾਂ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਕੰਮ ਕਰਨਾ ਹੁੰਦਾ ਹੈ ਉਦੋਂ ਤਾਂ ਕੰਮ ਸਹੀ ਹੈ ਜੀ। ਜਦੋਂ ਕੋਈ ਈਡੀ ਜਾਂ ਸੀਬੀਆਈ ਇਹਨਾਂ ਦੇ ਭ੍ਰਿਸ਼ਟ ਮੰਤਰੀਆਂ ਨੂੰ ਦਿੱਲੀ ਕਾਰਵਾਈ ਕਰਦੀ ਹੈ, ਇਹਨਾਂ ਦੀਆਂ 2-2 ਸਾਲ ਤੋਂ ਜ਼ਮਾਨਤਾਂ ਨਹੀਂ ਹੋਈਆਂ, ਉਦੋਂ ਈਡੀ ਤੇ ਸੀਬੀਆਈ ਦਾ ਕੰਮ ਜੀ ਨਜਾਇਜ਼ ਹੈ, ਉਦੋਂ ਇਹਨਾਂ ਨੂੰ ਨਜਾਇਜ਼ ਦਿੰਦਾ। ਦੂਜੀ ਗੱਲ, ਮੈਨੂੰ ਗਰੇਵਾਲ ਸਾਹਿਬ ਜੇ ਪੰਜਾਬ ਦੇ ਹਾਲਾਤ ਹੀ ਇੰਨੇ ਚੰਗੇ ਨੇ, ਤੁਹਾਡੇ ਚੈਨਲ ਤੇ ਮੈਨੂੰ ਦੱਸ ਦੇਣ ਕਿ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਇੱਕ ਉਦਯੋਗ ਦਾ ਨਾਂ ਦੱਸ ਦਿਓ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ। ਠੀਕ ਹੈ, ਚਲੋ ਮੈਂ ਇੱਕ ਵਾਰੀ ਦੁਬਾਰਾ ਗਠਜੋੜ ਵਾਲੇ ਮੁੱਦੇ ਤੇ ਲੈ ਕੇ ਜਾਣਾ। ਸੋਢੀ ਸਾਹਿਬ ਗੱਲ ਪੂਰੀ ਕਰ ਲੈਣ ਦਿਓ। ਹਾਂ ਕਰ ਲਓ, ਤੁਸੀਂ ਕੰਪਲੀਟ ਕਰ ਲਓ, ਗੱਲ ਕੰਪਲੀਟ ਕਰ ਲਓ, ਕੋਈ ਦਿੱਕਤ ਨਹੀਂ ਸਰ, ਗੱਲ ਕੰਪਲੀਟ ਕਰ ਲਓ ਤੁਸੀਂ। ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਦੇ ਵਿੱਚੋਂ ਕਿੰਨੇ ਉਦਯੋਗ ਵਾਪਸ ਚਲੇ ਗਏ ਨੇ ਬਾਹਰਲੇ ਸੂਬਿਆਂ 'ਚ। ਪਹਿਲੀ ਗੱਲ। ਦੂਜੀ ਗੱਲ, मैं आ रहा हूं गुर्जर जी, आ रहा हूं आपके पास भी। आपके हालात ਤੇ ਤੁਹਾਡੀ ਸਰਕਾਰ ਇੰਨੀ ਚੰਗੀ ਹੈ ਤੇ ਤੁਸੀਂ ਕਿਹਾ ਕਿ ਅਸੀਂ 16 ਮੈਡੀਕਲ ਨਵੇਂ ਕਾਲਜ ਬਣਾਵਾਂਗੇ, ਤੁਸੀਂ ਬਾਈਟ ਦੇ ਵਿੱਚ ਰੱਖੇ ਸੀ। ਉਸ ਤੋਂ ਬਾਅਦ 2 ਬਾਈਟ ਲਾਂਗੇ ਤੁਹਾਡੇ, ਮੈਨੂੰ ਇੱਕ ਵੀ ਕਿਤੇ ਨੀਂਹ ਪੱਥਰ ਰੱਖ ਕੇ ਰੱਖਿਆ ਦਿਖਾ ਦਿਓ। ਇਹ ਜਿਹੜੇ ਗਰੇਵਾਲ ਸਾਹਿਬ ਇੱਥੇ ਬੈਠ ਕੇ ਗੱਲਾਂ ਕਰਦੇ ਨੇ, ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ, ਸਾਨੂੰ ਇਸ ਗੱਲ ਦਾ ਠੀਕ ਹੈ ਜਵਾਬ ਲਵਾਂਗਾ ਸਰ। ਮੈਂ ਜਵਾਬ ਲੈਣਾ। मेरा एक और सवाल भी ਤੁਹਾਨੂੰ ਹੈਗਾ, ਮੰਤਰੀ ਮੀਟਿੰਗਾਂ ਦੇ ਵਿੱਚ ਬੈਠਾ ਜੀ। ਠੀਕ ਹੈ, ਮੇਰਾ ਇੱਕ ਹੋਰ ਸਵਾਲ ਵੀ ਹੈਗਾ, ਮੈਂ ਸਵਾਲ ਲੈ ਕੇ ਵੀ ਆਉਂਗਾ, ਜਵਾਬ ਵੀ ਲਵਾਂਗਾ ਇਸ ਦੇ ਉੱਤੇ। ਪਰ ਉਸ ਤੋਂ ਪਹਿਲਾਂ ਰਾਏ ਸਿੰਘ ਗੁੱਜਰ ਜੀ ਸਾਡੇ ਨਾਲ ਕਾंग्रेस ਤੋਂ लगातार जुड़े हुए हैं। गुर्जर साहब देखिए, आम आदमी पार्टी के प्रवक्ता इस समय यह कह रहे हैं कि आम आदमी पार्टी जिस स्टेट में जिस प्रदेश में स्टैब्लिश है, मजबूत है, वहां पर वो सीट शेयरिंग नहीं करेंगे। उनमें पंजाब भी है, उनमें दिल्ली भी है, गोवा भी है और गुजरात भी है। क्या कांग्रेस को यह फॉर्मूला मंजूर होगा? देखिए राहुल जी, जिस प्रकार आम आदमी पार्टी के प्रवक्ता ने ये बात कही है, क्या कोई अधिकृत रूप से कोई आदेश, कोई इनका प्रस्ताव आया है? पहली बात तो ये, अगर इस प्रकार का कोई प्रस्ताव पार्टी ने कोई स्टैंड नहीं लिया है, अभी विचार नहीं किया है, तो ये बड़ी जल्दबाजी में कहने वाली बात हो। और रही बात, अभी तो केवल 2 दिन हुए हैं देश की व्यवस्था को संभालने के लिए, सरकारी सत्ता को हटाने के लिए और जन भावनाओं के अनुसार 2024 में शासन देने के लिए। बहुत जल्दबाजी है। अभी तो व्यवस्था बनेगी, संगठन कैसे बनेगा, मेरा सवाल इसलिए था चुनाव में क्या क्या होगा जी, केवल एक उद्देश्य होगा कि देश को बचाना है। नहीं राय सिंह जी, देखिए सवाल इसलिए था, जो कांग्रेस के वर्कर है वो इस समय सुन रहे होंगे, जाति, धर्म, भाषा, क्षेत्र के आधार पर, नस्ल के आधार पर। ठीक है, नहीं आपका पॉइंट क्लियर है सर, मैं समझ रहा हूँ आपका जी जी। एक छोटा सा सवाल है सर, उसका जवाब दे दीजिएगा। एक बहुत छोटा सा सवाल है, सुन लीजिए एक बार। सवाल यह है कि अगर दिल्ली और पंजाब में आम आदमी पार्टी सीट शेयरिंग के ऊपर इनकार कर देती है, तो क्या कांग्रेस हिमाचल में जहां कांग्रेस की सरकार है, हरियाणा में जहां कांग्रेस मजबूत स्थिति में दिखती है, राजस्थान में जहां कांग्रेस की सरकार है, क्या इन स्टेट्स में आम आदमी पार्टी को सीट का कोई शेयर देगी, या फिर पार्टी के जो लीडर हैं वो इस पर सहमत हो जाएंगे कि ठीक है कोई बात नहीं, आप हरियाणा में ऐसे कीजिए, 10 में से 5 सीटें दे दीजिए या 4 दे दीजिए? क्या ये मुमकिन हो पाएगा? राहुल, देखिए ये सब काल्पनिक बातें, इन काल्पनिक बातों का गौरव साहब हम किसी भी प्रकार से जवाब देने की स्थिति में नहीं है। अभी तो केवल मैंने कहा है कि केवल 2 दिन हुए हैं, अगला प्रारूप क्या होगा, ड्राफ्ट कैसे बनेगा,
किस प्रकार से चुनाव की प्रक्रिया में जाएंगे, ये सब बातें देश के बड़े नेता जो हमारी पार्टी के वरिष्ठ नेता है और दूसरी बड़ी मजबूत पार्टियों के नेता जिनकी आप चर्चा कर रहे हैं, सबके लोग बैठेंगे, नेता बैठेंगे, वो तय करेंगे कि मैं और ग्रेवाल साहब या कोई और आम आदमी पार्टी का प्रवक्ता या नेता तय नहीं कर सकता। ये केवल एक जल्दबाजी होगी। लेकिन जो उद्देश्य हमारा है, जो लक्ष्य हमारा है, देश को, राष्ट्र को बचाना है और भारत आगे बढ़े, इंडिया आगे बढ़े। दुनिया में जिस प्रकार से हमने अंग्रेजों के खिलाफ लड़ाई लड़ी थी, जिस प्रकार से 300 वर्षों में अंग्रेजों को भगाया था, इसी प्रकार 9 वर्ष से जो उनके मुखबर बैठे हैं, जो अंग्रेजों के गुलाम बैठे हैं, जिन्होंने उस समय भी आजादी के समय में भी षड्यंत्र किया था, उन लोगों को 9 वर्ष से बचाना है। हमारा ये एजेंडा है, जो बिल्कुल साफ है और हम इसके लेकर पूरे देश के अंदर भारत उल्टा रहे, इंडिया आगे बढ़े। मैं वही कह रहा हूं कि मैं शुरुआत से लेकर अभी तक जो समझ पाया हूं, इनफैक्ट जितने दिनों से ये बात हो रही है, देखिए गठबंधन को लेकर जो लाइन गठबंधन के नेताओं की तरफ से बोली जा रही है वो क्लियर है और उसमें लोगों को कंफ्यूजन नहीं है कि आप क्या कहना चाह रहे हैं और क्या करना चाह रहे हैं। लेकिन बस कंफ्यूजन यही है कि क्या सीट शेयरिंग होगी या नहीं होगी। ये पंजाब वाले, हरियाणा वाले, हिमाचल वाले, दिल्ली वाले जानना चाहते होंगे। बस यही है कि चंडीगढ़ की सीट के ऊपर कौन लड़ेगा। देखिए बड़ी दिलचस्प है चंडीगढ़ की सीट भी। गरेवाल जी एक जवाब देना चाह रहे हैं, आप सुन लीजिए उनको भी। मैं केवल एक लाइन में अपनी बात जी राय सिंह जी, ये बहुत जल्दबाजी होगी और ये हमारे अधिकार क्षेत्र में भी नहीं है कि हम इस प्रकार की कोई टिप्पणी नहीं। ठीक है सर, को लेकर पार्टी कैसे जाएगी इस पे हम कोई टिप्पणी देने का अधिकार नहीं रखते। ये जल्दबाजी है। आप समय का इंतजार कीजिए, अच्छे दिन आएंगे, वास्तव में आएंगे, देश आगे बढ़ेगा, इंडिया आगे बढ़ेगा, वास्तव में बढ़ेगा और लुटेरों को भगाएंगे, सच्चाई में भगाएंगे। और ठीक है गरेवाल जी, जो माहौल है उसको करेंगे आप। चलिए जवाब ले लीजिए अहबाब गरेवाल। सर, मुझे आम आदमी पार्टी का वॉलंटियर होने के नाते ये कहने का हक है। मुझे हक है, मैं जो कह रहा हूँ हक से कह रहा हूँ और मेरी पार्टी मेरी बात पे फूल चढ़ाती है और मैं अपनी पार्टी की बात सुन के ही बोल रहा हूँ, पहली बात। दूसरी बात, बड़ी लड़ाई है। आज हमने देश में देख लिया कि एक जगह में बंटवारे हो गए। हमने देख लिया कि बंगाल से लेके महाराष्ट्र तक रामनामी पे मस्जिदों के बाहर जाके क्या कुछ किया गया। हमने देख लिया कैसे धर्म के नाम पे बांटा जा रहा है। हाँ, ये बात और है कि 300 साल का जो आप व्याख्यान कर रहे हैं, 300 साल वो है नहीं और 70 साल भारतीयों ने बनाए। लेकिन ये सब कहां शुरू हुआ हमें पता है, लेकिन आज आप लोग समझ चुके हैं क्योंकि आप सिमट गए हैं। आप 52-53 पे सिमट गए हैं, हम समझ चुके हैं। और पंजाब की एक आइए समझ ले कि जिसने पंजाब को लूटा है वो नहीं बचेगा। अकाली भाजपा की गल मैं ये करदा जी, ये जो मर्जी कांग्रेस वाले नु कह रहे हो कि ਅਸੀਂ ਇਕੱਲੇ ਲੜਾਂਗੇ, ਅਸੀਂ ਤੁਹਾਡੇ ਨਾਲ ਰਲ ਕੇ नहीं लड़ना पंजाब च। सुनो 3 ਨੈਸ਼ਨਲ ਪਾਰਟੀਆਂ, ਚੌਥੀ ਸ਼ਾयद ਕਾਮਰੇਡ ਹੈਗੇ ਆ, ਕਾਮਰੇਡ ਵੀ ਹੈਗੇ, ਸ਼ਾयद ਨਹੀਂ ਹੈਗੇ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ 3 ਨੈਸ਼ਨਲ ਪਾਰਟੀਆਂ ਨੇ। ਤੁਸੀਂ ਇਹ ਕਿਉਂ ਭੁੱਲਦੇ ਹੋ ਕਿ ਜਿਹੜੀ ਇਹ ਅਲਾਈਅੰਸ ਹੈ ਇਹਦੇ ਚ 24 ਹੋਰ ਪਾਰਟੀਆਂ ਵੀ ਨੇ, ਉਹਨਾਂ ਦੇ ਵੀ ਆਪਣੇ ਆਪਣੇ। ਮੈਂ ਫਿਰ ਦੁਬਾਰਾ ਦੇਖੋ, ਮੈਂ ਆਪਾਂ ਲਾਸਟ ਕਨਕਲੂਜਨ ਵਾਲੇ ਪਾਸੇ ਵਧ ਰਹੇ। ਮੇਰਾ ਛੋਟਾ ਜਿਹਾ ਸਵਾਲ ਹੈ, ਮੈਂ ਭੁੱਲਰ ਜੀ ਦਾ ਰੁਖ ਕਰਨਾ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਨਹੀਂ, ਠੀਕ ਹੈ ਮੰਨ ਲਿਆ। ਦਿੱਲੀ 'ਚ ਸੀਟ ਸ਼ੇਅਰਿੰਗ ਨਹੀਂ, ਮੰਨ ਲਿਆ। ਹੁਣ ਗੱਲ ਇਹ ਹੈ ਕਿ ਵੈਸਟ ਬੰਗਾਲ ਦੇ ਵਿੱਚ TMC ਮਮਤਾ ਬੈਨਰਜੀ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ, ਫਿਰ ਇਹ ਗੜਜੋੜ ਸਿਰੇ ਕਿਵੇਂ ਚੜੇਗਾ? ਤੁਸੀਂ ਉੱਥੇ ਮਹਾਰਾਸ਼ਟਰ ਦੇ ਵਿੱਚ ਚਲੇ ਜਾਓਗੇ, ਉੱਥੇ ਉद्धਵ ਠਾਕਰੇ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ, ਸੀਟ ਸ਼ੇਅਰਿੰਗ ਹੋਏਗਾ ਤਾਂ ਵੱਧ ਤੋਂ ਵੱਧ ਸ਼ਰਦ ਪਵਾਰ ਜੀ ਨਾਲ ਕਰ ਲੈਂਦੇ ਆ, ਬਸ ਦੈਟਸ ਆਲ, ਇਸ ਤੋਂ ਅੱਗੇ ਨਹੀਂ। ਤੁਸੀਂ ਬਿਹਾਰ ਦੇ ਵਿੱਚ ਜਾਓਗੇ ਤਾਂ ਉੱਥੇ ਜਾ ਕੇ ਨਿਤਿਸ਼ ਕੁਮਾਰ ਕਹਿਣਗੇ, RJD ਵਾਲੇ ਕਹਿਣਗੇ ਕਿ ਨਹੀਂ ਕੋਈ ਸੀਟ ਸ਼ੇਅਰਿੰਗ ਨਹੀਂ। ਗੜਜੋੜ ਤਾਂ ਸਰ ਸੀਟ ਸ਼ੇਅਰਿੰਗ ਦੇ ਉੱਪਰ ਹੀ ਟਿਕਿਆ ਹੁੰਦਾ ਨਾ। ਗੜਜੋੜ ਤਾਂ ਕੰਪਲੀਟਲੀ ਉਸਦਾ ਮਤਲਬ ਹੀ ਸਿੱਧਾ ਜਿਹਾ ਹੈ। ਨਹੀਂ ਉਹਦਾ ਮਤਲਬ ਇਹ ਹੈ ਸਰ, ਉਹਦਾ ਮਤਲਬ ਇਹ ਹੈ ਕਿ ਜਿੰਨੇ ਬੀਜੇਪੀ ਦੇ ਨਾਲ ਸਾਥੀ ਨੇ ਉਹਨਾਂ ਦਾ ਵੋਟ ਸ਼ੇਅਰ ਹੈਗਾ 40% ਜੀ, ਜਿਹੜੇ ਸਾਡੇ ਨਾਲ ਨੈਸ਼ਨਲੀ ਵੋਟ ਸ਼ੇਅਰ ਹੈ 60%। ਰੀਅਲ ਪੋਲਿਟਿਕਸ ਇਹ ਕਹਿੰਦੀ ਹੈ ਕਿ ਹਰ ਸਟੇਟ, ਹਰ ਲੋਕ ਸਭਾ ਸੀਟ ਤੇ ਹਿੰਦੁਸਤਾਨ ਦੇ ਲੋਕ ਇੰਨੇ ਸਿਆਣੇ ਨੇ ਕਿ ਜੇ ਤੁਸੀਂ ਨਫ਼ਰਤ ਨੂੰ ਰੋਕਣਾ ਹੈ, ਜਿਹੜਾ ਵੀ ਸਟਰੋਂਗੈਸਟ ਵੋਟ ਪਾ ਦਿਓ। ਅਸੀਂ ਕਹਿ ਰਹੇ ਕਿ 60% ਵੋਟ ਅਸੀਂ ਕੰਸੋਲੀਡੇਟ ਕਰ ਲਈ, ਇਹਨਾਂ ਨੇ 40% ਕਰ ਲਈ। ਹੁਣ 60-40 ਦਾ ਹੋ ਜਾਵੇ ਮੁਕਾਬਲਾ, ਦੇਖੀ ਜਾਊਗੀ। ਇਹਨਾਂ ਕੋਲ ਤਾਂ ਮੋਦੀ ਵੀ ਹੈ, ਇਹਨਾਂ ਕੋਲ ਤਾਂ ਸ਼ਾਹ ਵੀ ਹੈ, ਇਹਨਾਂ ਕੋਲ ਤਾਂ ਸਾਰਾ ਕੁਝ ਹੈ, ਜਿੰਨੇ ਮਰਜ਼ੀ ਇੰਜਨ ਭਜਾ ਲੈਣ। ਅਸੀਂ ਕਹਿ ਰਹੇ ਕਿ 60% ਹਿੰਦੁਸਤਾਨ ਜਿਹਨੇ ਤੁਹਾਨੂੰ ਕੱਲੇ ਬੀਜੇਪੀ ਨੂੰ 37 ਪਈ ਹੈ, 3% ਜਿਹੜੇ ਨਾਲ ਬਾਕੀ ਦੇ ਨੇ ਉਹਨਾਂ ਨੂੰ ਪਈ ਹੈ। ਅਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਤੁਹਾਡੇ 40, ਸਾਡੇ 60, ਜਿਹੜਾ ਜਿੱਥੇ ਤਕੜਾ ਹੋ ਆਜੂ। ਅੱਜ ਇਹ ਦੇਸ਼ ਜਵਾਬ ਦਊਗਾ ਕਿ ਇਹ ਜਿਹੜੀ ਨਫ਼ਰਤ ਫੈਲਾ ਰਿਹਾ ਹੈ। ਇੱਕ ਗੱਲ ਮੈਂ ਪੰਜਾਬ ਬਾਰੇ ਦੱਸਦਾ, ਅਸੀਂ ਤਾਂ ਰਲਣਾ ਨਹੀਂ, ਪਰ ਭਾਜਪਾ ਦੇ ਅਕਾਲੀ ਅੱਧੋ ਵੱਧ ਕਰਨਗੇ, ਇਹ ਵੀ ਵਾਅਦਾ ਰਿਹਾ। ਅੱਧੋ ਵੱਧ ਤੋਂ ਵੀ ਭਾਜਪਾ ਨੂੰ ਵੱਧ ਕਰ ਸਕਦੀਆਂ, ਇਹ ਵੀ ਵਾਅਦਾ ਰਿਹਾ, ਇਹ ਵੀ ਵਾਅਦਾ ਰਿਹਾ। ਚਲੋ ਭੁੱਲਰ ਸਾਹਿਬ, ਭੁੱਲਰ ਜੀ ਦੇਖੋ, ਗੜਜੋੜ ਬੈਂਗਲੁਰੂ ਵਾਲੇ ਦੇ ਉੱਤੇ ਗੱਲ ਚੱਲੀ ਹੈ, ਫਿਰ ਘੁੰਮ ਫਿਰ ਕੇ ਤੁਹਾਡੇ ਵਾਲੇ ਪਾਸੇ ਆ ਹੀ ਜਾਂਦੀ ਹੈ।
ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ, ਮੈਨੂੰ ਨਾ ਗਰੇਵਾਲ ਸਾਹਿਬ ਦੀਆਂ ਗੱਲਾਂ ਤੇ ਹਾਸਾ ਆ ਰਿਹਾ। ਜਿਹੜਾ ਕੱਚੀ ਦੀ ਫੇਲ ਕੋਈ ਨਿਆਣਾ ਗੱਲ ਕਰਦਾ ਹੁੰਦਾ ਨਾ, ਉਹੋ ਜਿਹੀਆਂ ਗੱਲਾਂ ਕਰਨ ਲੱਗੇ ਹੋਏ ਨੇ। ਅੱਜ ਬੜੇ ਸਿਆਣੇ ਬਿਆਣੇ ਭਰਾ ਨੇ ਸਾਡੇ, ਪਰ ਹਲੋ ਆਵਾਜ਼ ਆ ਰਹੀ ਹੈ ਤੁਹਾਡੀ? ਆਵਾਜ਼ ਆ ਰਹੀ ਹੈ? ਹਾਂ, ਆ ਰਹੀ। ਮਤਲਬ ਬੜੇ ਸਿਆਣੇ ਬਿਆਣੇ ਭਰਾ ਨੇ ਸਾਡੇ, ਪਰ ਅੱਜ ਮੈਨੂੰ ਕੱਚੀ ਫੇਲ ਵਰਗੇ ਨਿਆਣਿਆਂ ਦੀ ਗੱਲ ਕਰ ਰਹੇ। 60% ਕਹਿੰਦੇ ਸਾਡਾ ਵੋਟ ਸ਼ੇਅਰ ਹੈਗਾ, ਲੜਾਂਗੇ 24 ਅਲੱਗ-ਅਲੱਗ, ਤੇ 60% ਸ਼ੇਅਰ ਜਿਹੜਾ ਹੈ ਉਹਦੇ ਅਲੱਗ-ਅਲੱਗ ਹੋ ਗਿਆ ਨਾ। 2-2 3-3 2.5% ਆਇਆ, ਤੇ ਗੱਲਾਂ ਕਰਦੇ ਨੇ ਦੇਸ਼ ਦੇ ਉੱਤੇ ਰਾਜ ਕਰਨ ਦੀਆਂ, ਤੇ ਪ੍ਰਧਾਨ ਮੰਤਰੀ ਬਣਾਉਂਦੀਆਂ ਕੇਜਰੀਵਾਲ ਨੂੰ, ਤੇ ਐਂ ਕਿਸ ਤਰ੍ਹਾਂ ਬਣ ਜਾਊਗਾ? 60% ਵੋਟ ਸ਼ੇਅਰ ਤੇ ਤਾਂ ਹੈ ਜੇ ਤੁਸੀਂ ਗਠਬੰਧਨ ਦੇ ਵਿੱਚ ਸੀਟਾਂ ਦੀ ਡਿਵੀਜ਼ਨ ਕਰੋਗੇ, ਆਪਸ ਵਿੱਚ ਸੀਟਾਂ ਦੀ ਵੰਡ ਕਰੋਗੇ। ਉਹ ਤੁਸੀਂ ਕਰਨਾ ਨਹੀਂ ਚਾਹੁੰਦੇ, ਔਰ 24 ਦੇ 24